ਅੱਜ ਦੀ ਡੇਟ ਦੇ ਵਿੱਚ ਔਰਤਾਂ ਨਾਲ ਸੰਬੰਧਿਤ ਬਿਮਾਰੀਆਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜੇ ਕੋਈ ਬਿਮਾਰੀ ਆ ਤਾਂ ਉਹ ਬੱਚੇਦਾਨੀ ਦੀ ਰਸੌਲੀ ਆ। ਪਹਿਲਾਂ ਇਹ ਕਿਸੇ ਨੂੰ ਆਉਂਦੀ ਸੀ ਸਮੱਸਿਆ, ਅੱਜ ਬਹੁਤ ਛੋਟੀਆਂ ਉਮਰਾਂ ਦੇ ਵਿੱਚ ਕੁੜੀਆਂ ਨੂੰ ਵੀ ਸਟਾਰਟ ਹੋ ਚੁੱਕੀ ਆ। ਲੜਕੇ ਲੜਕੀ ਦਾ ਵਿਆਹ ਹੁੰਦਾ, ਹਸਬੈਂਡ ਵਾਈਫ ਆ, ਉਹ ਚਾਹੁੰਦੇ ਆ ਵੀ ਅਸੀਂ ਵਿਆਹ ਤੋਂ ਕੁਝ ਸਾਲਾਂ ਦੇ ਬਾਅਦ ਸੰਤਾਨ ਸੁਖ ਦੀ ਪ੍ਰਾਪਤੀ ਕਰੀਏ, ਅਸੀਂ ਬੱਚਾ ਪ੍ਰਾਪਤ ਕਰੀਏ। ਪਰ ਇਸ ਰਸੌਲੀ ਦੇ ਕਰਕੇ, ਬੱਚੇਦਾਨੀ ਰਸੌਲੀ ਕਰਕੇ ਉਹ ਸੰਤਾਨ ਸੁਖ ਤੋਂ ਵਾਂਝੇ ਹੋ ਰਹੇ ਆ। ਮੰਨ ਕੇ ਚੱਲੋ ਕਿਸੇ ਲੜਕੀ ਨੂੰ ਰਸੌਲੀਆਂ ਹੋ ਗਈਆਂ, ਜਿਹਦੀ ਰੀਸੈਂਟ ਮੈਰਿਜ ਹੋਈ ਹੈ ਤੇ ਉਹਨਾਂ ਨੂੰ ਬੱਚਾ ਚਾਹੀਦਾ, ਜਿਨ੍ਹਾਂ ਨੇ ਬੇਬੀ ਪਲਾਨ ਕਰਨਾ, ਤਾਂ ਉਹਨਾਂ ਨੂੰ ਜ਼ਰੂਰੀ ਹੈ ਕਿ ਉਹ ਰਸੌਲੀਆਂ ਨੂੰ ਖਤਮ ਕੀਤਾ ਜਾਵੇ। ਜਿੰਨਾ ਚਿਰ ਰਸੌਲੀ ਅੰਦਰ ਰਹੂਗੀ ਬੱਚੇਦਾਨੀ ਦੇ ਵਿੱਚ, ਉਹਨਾਂ ਚਿਰ ਬੱਚਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ। ਸਾਡਾ ਜੋ ਅੱਜ ਮਾਡਰਨ ਕਲਚਰ ਆ, ਉਹ ਸਿਰਫ ਦਰਦ ਨੂੰ ਹੀ ਬਿਮਾਰੀ ਗਿਣਦੇ ਆ। ਜੇ ਪੀਰੀਅਡਸ ਘੱਟ ਜਾਂ ਵੱਧ ਆਉਂਦੇ ਆ, ਕੁੜੀਆਂ ਸੋਚਦੀਆਂ ਚਲੋ ਕੋਈ ਨਹੀਂ, ਚੱਲੀ ਜਾਣ ਦੇ, ਕੁਝ ਨਹੀਂ ਫਰਕ ਪੈਣ ਵਾਲਾ। ਲਕੋਰੀਆ ਹੋ ਗਿਆ, ਚਲੋ ਕੋਈ ਗੱਲ ਨਹੀਂ, ਦੇਖਾਂਗੇ ਕਿਹੜਾ ਕੋਈ ਤਕਲੀਫ ਆ। ਤਾਂ ਇਹੀ ਸੁਣਦੇ ਆ ਰਹੇ ਆ ਵੀ ਜਿਹੜੀ ਬੱਚੇਦਾਨੀ ਰਸੌਲੀ ਹੈਗੀ ਆ, ਇਸ ਦਾ ਪੱਕਾ ਹੱਲ ਆਪਰੇਸ਼ਨ ਹੀ ਹੈਗਾ। ਕੀ ਆਪਰੇਸ਼ਨ ਸੁਰੱਖਿਅਤ ਹੈ? ਕੀ ਆਪਰੇਸ਼ਨ ਤੋਂ ਬਾਅਦ ਹੋਰ ਬਿਮਾਰੀਆਂ ਦੀ ਆਵਤ ਤੇ ਨਹੀਂ ਆਉਂਦੀ? ਕਿ 60 ਤੋਂ ਲੈ ਕੇ 80% ਕੇਸਾਂ ਦੇ ਵਿੱਚ ਆਪਰੇਸ਼ਨ ਦੀ ਕੋਈ ਲੋੜ ਨਹੀਂ ਹੁੰਦੀ। ਬੱਚੇਦਾਨੀ ਦੇ ਵਿੱਚ ਰਸੌਲੀ ਦੇ ਨਾਲ ਵੀ ਜੀਵਨ ਪੂਰੇ ਦਾ ਪੂਰਾ ਐਜ਼ ਇਟ ਇਜ਼ ਕੱਢਿਆ ਜਾ ਸਕਦਾ ਵਾ। ਆਪਰੇਸ਼ਨ ਬਿਨਾਂ ਜ਼ਰੂਰਤ ਤੋਂ ਵੀ ਕੀਤੇ ਜਾ ਰਹੇ ਆ। ਇਹ ਸਭ ਤੋਂ ਵੱਡੀ ਪਹਿਲੇ ਨੰਬਰ ਦੀ ਸਮੱਸਿਆ। ਨੰਬਰ 2, ਆਪਰੇਸ਼ਨ ਵੀ ਸੁਰੱਖਿਅਤ ਨਹੀਂ। ਮਰੀਜ਼ ਨੂੰ ਆਪਰੇਸ਼ਨ ਦੇ ਦੌਰਾਨ ਵੀ ਕੁਝ ਹੋ ਸਕਦਾ, ਸਾਰੇ ਜਾਣਦੇ ਆ। ਆਪਰੇਸ਼ਨ ਤੋਂ ਬਾਅਦ ਦੀਆਂ ਵੀ ਕੰਪਲਿਕੇਸ਼ਨਸ ਬਹੁਤ ਜ਼ਿਆਦਾ ਨੇ। ਕਈ ਵਾਰ ਇਹ ਕੈਂਸਰ ਵੱਲ ਨੂੰ ਵੀ ਵੱਧ ਜਾਂਦਾ ਆਪਰੇਸ਼ਨ ਤੋਂ ਬਾਅਦ ਵੀ। ਕਿੰਨਾ ਖਰਚਾ ਹੈਗਾ? ਇੱਕ ਪਾਸੇ ਲੱਖਾਂ ਰੁਪਏ ਲੱਗ ਰਹੇ ਆ, ਚੀਰਫਾੜ ਵੀ ਹੋ ਰਹੀ ਆ। ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਵੀ ਸਾਦੇ ਢੰਗ ਨਾਲ ਮੈਡੀਸਨ ਦੇ ਨਾਲ ਠੀਕ ਕਰ ਰਹੇ ਹੋ, ਪਰ ਖਰਚਾ ਕਿੰਨਾ ਕੁ ਤੁਸੀਂ ਲੈਂਦੇ ਹੋ? ਕਿੰਨਾ ਕੁ ਖਰਚਾ ਆਉਂਦਾ ਇਸ ਤੇ? ਜੇਕਰ ਕੋਈ ਇੱਕੋ ਹੀ ਬਿਮਾਰੀ ਆ ਤਾਂ 70-80 ਰੁਪਏ ਲਗਭਗ ਡੇਲੀ ਦਾ ਖਰਚ ਹੁੰਦਾ, ਕੋਈ ਬਹੁਤ ਜ਼ਿਆਦਾ ਨਹੀਂ। ਹਰ ਕੋਈ ਇਹਨੂੰ ਅਫੋਰਡ ਕਰ ਸਕਦਾ। ਜੇ ਅਸੀਂ ਚਾਹੀਏ ਤਾਂ ਇੱਥੇ 10-10 ਹਜ਼ਾਰ ਰੁਪਏ ਵੀ ਲੈ ਸਕਦੇ ਹਾਂ। ਸਾਨੂੰ ਪਤਾ ਕਿ ਲੋਕਾਂ ਨੇ ਆਪਰੇਸ਼ਨ ਤੋਂ ਬਚਣਾ, ਤਾਂ ਸਾਨੂੰ ਉਹ ਦੇਣਗੇ। 10-10 ਹਜ਼ਾਰ ਰੁਪਏ ਮਹੀਨੇ ਦਾ ਖਰਚਾ ਪਾ ਸਕਦੇ ਹਾਂ। ਪਰ ਅਸੀਂ 2000, 2200, 2500 ਬਸ ਜੋ ਉਹਦੀਆਂ ਕੰਪਲਿਕੇਸ਼ਨਸ ਨੇ ਉਹਦੇ ਹਿਸਾਬ ਨਾਲ 70-80 ਰੁਪਏ ਪਰ ਡੇ ਦੇ ਹਿਸਾਬ ਨਾਲ ਉਹਦਾ ਖਰਚ ਪਊਗਾ। ਕੋਈ ਬਹੁਤ ਜ਼ਿਆਦਾ ਖਰਚਾ ਨਹੀਂ ਪਊਗਾ ਔਰ ਰਿਜ਼ਲਟ ਵੀ ਬੰਦੇ ਨੂੰ ਪਹਿਲੇ ਹੀ ਮਹੀਨੇ ਮਿਲਣੇ ਸ਼ੁਰੂ ਹੋ ਜਾਂਦੇ ਆ। ਇੱਕ ਪਾਸੇ ਲੱਖਾਂ ਰੁਪਏ ਲੱਗ ਰਹੇ ਆ, ਦੂਜੇ ਪਾਸੇ 60-70 ਰੁਪਏ ਇੱਕ ਦਿਨ ਦੇ। ਜੇਕਰ ਮਹੀਨੇ ਦੀ ਆਪਾਂ ਗੱਲ ਕਰ ਲਈਏ ਤਾਂ 2000, 2200, 2500 ਤੱਕ ਤੁਹਾਡਾ ਇਲਾਜ ਹੋ ਜਾਂਦਾ। ਸਾਦੇ ਢੰਗ ਨਾਲ ਇਲਾਜ ਹੋ ਰਿਹਾ ਆ, ਤੁਹਾਡੀ ਬਿਮਾਰੀ ਜੜ ਤੋਂ ਖਤਮ ਹੋ ਰਹੀ ਆ, ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪੈ ਰਹੀ, ਤੁਹਾਡੇ ਪਰਿਵਾਰਾਂ ਨੂੰ ਹਸਪਤਾਲਾਂ ਵਿੱਚ ਰੁਲਣ ਦਾ ਨਹੀਂ ਜਾਣਾ ਪੈ ਰਿਹਾ। ਇਹ ਇੱਕ ਤੁਹਾਨੂੰ ਵਧੀਆ ਤਰੀਕੇ ਨਾਲ ਇਹਨਾਂ ਵੱਲੋਂ ਪੰਜਾਬ ਦੇ ਲੋਕਾਂ ਦੀ ਕਹਿ ਸਕਦੇ ਆ, ਜਾਂ ਪੂਰੀ ਦੁਨੀਆ ਵਿੱਚ ਵੱਸਦੇ ਜਿਹੜੇ ਪੰਜਾਬੀ ਹੈਗੇ ਆ, ਉਹਨਾਂ ਦੀ ਸੇਵਾ ਕਰ ਰਹੇ ਆ। ਜਿਹੜੀਆਂ ਭੈਣਾਂ ਨੂੰ ਆਪਰੇਸ਼ਨ ਦੀ ਨੌਬਤ ਆ, ਜਾਂ ਉਹ ਸੋਚ ਰਹੀ ਨੇ ਕਿ ਸਾਡਾ ਸਿਰਫ ਤੇ ਸਿਰਫ ਆਪਰੇਸ਼ਨ ਹੀ ਹੱਲ ਆ, ਉਹ ਇੱਕ ਵਾਰ ਜ਼ਰੂਰ HW ਨੇਚਰੋ ਸੈਂਟਰ ਤੇ ਸੰਪਰਕ ਕਰੋ। ਅਸੀਂ 100% ਕੋਸ਼ਿਸ਼ ਕਰਾਂਗੇ ਕਿ ਆਪਰੇਸ਼ਨ ਦੀ ਨੌਬਤ ਨਾ ਹੋਵੇ। ਬਹੁਤ ਅੱਛੀ ਸੁਵਿਧਾ ਅਵੇਲੇਬਲ ਆ ਕੋਰੀਅਰ ਦੀ, ਇੰਟਰਨੈਸ਼ਨਲ ਕੋਰੀਅਰ, ਡੋਮੈਸਟਿਕ ਕੋਰੀਅਰ, ਸਾਰੀ ਸਰਵਿਸ ਆਪਣੇ ਕੋਲੇ ਹੈਗੀ ਆ। ਬਟ ਪੇਸ਼ੈਂਟ ਦੀ ਮੇਰੇ ਨਾਲ ਪਰਸਨਲ ਅਪਾਇੰਟਮੈਂਟ ਹੋਣੀ ਜ਼ਰੂਰੀ ਆ, ਕਿਉਂਕਿ ਹਰੇਕ ਪੇਸ਼ੈਂਟ ਦੀਆਂ ਕੰਪਲਿਕੇਸ਼ਨਸ ਅਲੱਗ ਨੇ। ਕੰਪਲਿਕੇਸ਼ਨਸ ਦੇ ਹਿਸਾਬ ਨਾਲ ਹੀ ਮੈਂ ਮੈਡੀਸਨ ਪੈਕ ਕਰਕੇ ਤਿਆਰ ਕਰਕੇ ਭੇਜਦਾ ਵਾਂ। ਤੇ ਗੱਲਬਾਤ ਤਾਂ ਜ਼ਰੂਰੀ ਆ, ਚਾਹੇ ਟੈਲੀਫੋਨਿਕ ਇੰਟਰਵਿਊ ਹੋ ਜਾਵੇ ਜਾਂ ਪਰਸਨਲੀ ਬੰਦਾ ਆ ਜਾਵੇ, ਜਿੱਦਾਂ ਮਰਜ਼ੀ ਕਰ ਲਵੇ। ਬਟ ਸਾਡੇ ਕੋਲੇ ਕੋਰੀਅਰ ਸਰਵਿਸ ਅਵੇਲੇਬਲ ਆ, ਡੋਮੈਸਟਿਕ ਵੀ ਤੇ ਇੰਟਰਨੈਸ਼ਨਲ ਵੀ। ਸਾਂਟੀ ਵੇਖ ਰਹੇ ਸਾਰੇ ਦਰਸ਼ਕਾਂ, ਸਵਾਗਤ ਹੈ। ਮੈਂ ਹਰਦੀਪ ਸਿੰਘ ਤੱਗੜ। ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ HW ਨੈਚੁਰਲ ਸੈਂਟਰ 'ਚ, ਕਿਉਂਕਿ ਕੁਝ ਦਿਨ ਪਹਿਲਾਂ ਵੀ ਜਿੱਥੇ ਆਏ ਸੀ, ਪੂਰੇ ਦੁਨੀਆ ਭਰ ਵਿੱਚ ਸ਼ੂਗਰ ਦੀ ਬਿਮਾਰੀ ਬੜੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ, ਜਿਸ ਦੇ ਸੰਬੰਧ ਵਿੱਚ ਲੋਕ ਕਾਫੀ ਤੰਗ ਸਨ। ਉਹਨਾਂ ਨੇ ਅੰਗ ਤੱਕ ਕੱਟੇ ਜਾ ਰਹੇ ਸਨ। ਤੇ ਉਸ ਤੋਂ ਬਾਅਦ ਅਸੀਂ ਜਦੋਂ ਵੈਦ ਆਨੰਦ ਕੁਮਾਰ ਜੀ ਕੋਲ ਪਹੁੰਚੇ ਤਾਂ ਇਹਨਾਂ ਨੇ ਬਹੁਤ ਕੀਮਤੀ ਸਾਨੂੰ ਸੁਝਾਅ ਦੱਸੇ ਸੀ। ਤੇ ਇਹਨਾਂ ਨੇ ਇਹ ਦਾਅਵਾ ਕੀਤਾ ਸੀ ਕਿ ਬਿਨਾਂ ਆਪਰੇਸ਼ਨ, ਬਿਨਾਂ ਟੀਕੇ ਤੋਂ ਇਲਾਵਾ ਇਹ ਜਿਹੜਾ ਕਿ ਆਪਣੇ ਢੰਗ ਨਾਲ ਦਵਾਈਆਂ ਨਾਲ ਸ਼ੂਗਰ ਖਤਮ ਕਰਦੇ ਰਹੇ। ਉਸ ਮਗਰੋਂ ਸੈਂਕੜੇ ਹੀ ਲੋਕਾਂ ਨੇ ਇਹਨਾਂ ਨਾਲ ਜੁੜ ਕੇ ਆਪਣਾ ਬਿਮਾਰੀ ਤੋਂ ਨਿਜਾਤ ਪਾ ਰਹੇ ਆ। ਤੇ ਲੋਕੀ ਇਹ ਵੀ ਕਹਿ ਰਹੇ ਵੀ ਅਸੀਂ ਘੱਟ ਪੈਸਿਆਂ ਦੇ ਵਿੱਚ ਸ਼ੂਗਰ ਤੋਂ ਨਿਜਾਤ ਪਾ ਰਹੇ ਆ, ਜੋ ਇੱਕ ਬਹੁਤ ਵੱਡੀ ਗੱਲ ਹੈਗੀ। ਪਰ ਉਸ ਦੇ ਨਾਲ ਹੀ ਜਿਹੜੇ ਸਾਡੇ ਦਰਸ਼ਕ ਹੈਗੇ, ਖਾਸ ਤੌਰ ਤੇ ਆਪਾਂ ਮਹਿਲਾਵਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਵੱਡੇ ਸਵਾਲ ਸਾਡੇ ਸਾਹਮਣੇ ਆਏ। ਉਹਨੇ ਕਿਹਾ ਕਿ ਸ਼ੂਗਰ ਦੇ ਨਾਲ ਨਾਲ ਜਿਹੜੀ ਬੱਚੇਦਾਨੀ ਦੀ ਰਸੌਲੀ ਹੈਗੀ ਆ, ਉਹ ਵੀ ਬੜੀ ਤੇਜ਼ੀ ਨਾਲ ਪੂਰੀ ਦੁਨੀਆ ਭਰ ਵਿੱਚ ਵੱਧਦੀ ਜਾ ਰਹੀ ਆ। ਉਹਦੇ ਕਾਰਨ ਕੀ ਆ, ਉਹ ਅਸੀਂ ਅੱਜ ਜਾਣਨ ਆਵਾਂਗੇ। ਬੈਦ ਜੀ, ਤੁਹਾਡਾ ਧੰਨਵਾਦ ਅਸੀਂ ਕਰਦੇ ਹਾਂ ਵੀ ਤੁਸੀਂ ਪਹਿਲਾਂ ਜਿਹੜੀ ਸ਼ੂਗਰ ਦੀ ਬਿਮਾਰੀ ਬਾਰੇ ਬਹੁਤ ਆਪਣੇ ਕੀਮਤੀ ਵਿਚਾਰ ਦੱਸੇ ਸੀ ਤੇ ਲੋਕਾਂ ਨੇ ਫਾਇਦਾ ਵੀ ਲਿਆ। ਪਰ ਮਹਿਲਾਵਾਂ ਦੇ ਵੱਡੇ ਸਵਾਲ ਆ, ਆਪਾਂ ਦੇਖਦੇ ਹੈਗੇ ਆ ਪਹਿਲੇ ਸਮਿਆਂ ਦੇ ਵਿੱਚ ਜਿਹੜੀਆਂ ਬਜ਼ੁਰਗ ਮਹਿਲਾਵਾਂ ਹੁੰਦੀਆਂ ਸੀ, ਉਹਨਾਂ ਦੀ ਬੱਚੇਦਾਨੀ ਦੀ ਰਸੌਲੀ ਦੀ ਸਮੱਸਿਆ ਆਉਂਦੀ ਹੁੰਦੀ ਸੀ। ਪਰ ਅੱਜ ਦਾ ਸਮਾਂ ਬੜੀ ਤੇਜ਼ੀ ਨਾਲ ਮਹਿਲਾਵਾਂ ਪੀੜਤ ਹੁੰਦੀਆਂ ਜਾ ਰਹੀਆਂ, ਕੁਆਰੀਆਂ ਕੁੜੀਆਂ ਪੀੜਤ ਹੋ ਰਹੀਆਂ, ਕਿਉਂਕਿ ਜਦੋਂ ਲੜਕੇ ਲੜਕੀ ਦਾ ਵਿਆਹ ਹੁੰਦਾ, ਹਸਬੈਂਡ ਵਾਈਫ ਆ, ਉਹ ਚਾਹੁੰਦੇ ਆ ਵੀ ਅਸੀਂ ਵਿਆਹ ਤੋਂ ਕੁਝ ਸਾਲਾਂ ਦੇ ਬਾਅਦ ਸੰਤਾਨ ਸੁਖ ਦੀ ਪ੍ਰਾਪਤੀ ਕਰੀਏ, ਅਸੀਂ ਬੱਚਾ ਪ੍ਰਾਪਤ ਕਰੀਏ। ਪਰ ਇਸ ਰਸੌਲੀ ਦੇ ਕਰਕੇ, ਬੱਚੇਦਾਨੀ ਰਸੌਲੀ ਕਰਕੇ ਉਹ ਸੰਤਾਨ ਸੁਖ ਤੋਂ ਵਾਂਝੇ ਹੋ ਰਹੇ ਆ।
ਤੁਸੀਂ ਕੀ ਸੋਚਦੇ ਹੋ ਵੀ ਜਿਹੜੀ ਇਹ ਬਿਮਾਰੀ ਇੰਨੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਕਾਰਨ ਕੀ ਹੈਗੇ ਆ? ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਬਹੁਤ ਇੰਪੋਰਟੈਂਟ ਵਿਸ਼ਾ ਵਾ ਬੱਚੇਦਾਨੀ ਦੀ ਰਸੌਲੀ। ਜੀ। ਮੈਂ ਦੱਸਣਾ ਚਾਹੂੰਗਾ ਕਿ ਅੱਜ ਦੀ ਡੇਟ ਦੇ ਵਿੱਚ ਔਰਤਾਂ ਨਾਲ ਸੰਬੰਧਿਤ ਬਿਮਾਰੀਆਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਜੇ ਕੋਈ ਬਿਮਾਰੀ ਆ ਤਾਂ ਉਹ ਬੱਚੇਦਾਨੀ ਦੀ ਰਸੌਲੀ ਆ। ਹਰ ਜਗ੍ਹਾ ਬਹੁਤ ਜ਼ਿਆਦਾ ਆਪਰੇਸ਼ਨ ਹੋ ਰਹੇ ਆ, ਚੀਰਫਾੜ ਹੋ ਰਹੀ ਆ। ਪਹਿਲਾਂ ਇਹ ਕਿਸੇ ਨੂੰ ਆਉਂਦੀ ਸੀ ਸਮੱਸਿਆ, ਅੱਜ ਬਹੁਤ ਛੋਟੀਆਂ ਉਮਰਾਂ ਦੇ ਵਿੱਚ ਕੁੜੀਆਂ ਨੂੰ ਵੀ ਸਟਾਰਟ ਹੋ ਚੁੱਕੀ ਆ। ਜੇ ਦੇਖਿਆ ਜਾਵੇ ਇੱਕ ਸਰਵੇ ਦੇ ਮੁਤਾਬਕ ਹਰ 10 ਦੇ ਵਿੱਚੋਂ ਇੱਕ ਔਰਤ ਨੂੰ ਬੱਚੇਦਾਨੀ ਦੇ ਵਿੱਚ ਰਸੌਲੀਆਂ ਦੀ ਸਮੱਸਿਆ ਹੈਗੀ ਆ। ਕਾਰਨ ਇਹਦੇ ਪਿੱਛੇ ਸਿਰਫ ਤੇ ਸਿਰਫ ਆਪਣਾ ਲਾਈਫ ਸਟਾਈਲ ਆ। ਜੇ ਆਪਾਂ ਗੌਰ ਕਰੀਏ ਕਿ ਅੱਜ ਤੋਂ 15 20 ਸਾਲ 25 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਸਮੱਸਿਆ ਕਿਸੇ ਲੇਡੀਜ਼ ਨੂੰ ਸੀ, ਪਰ ਅੱਜ ਇਹ ਰੇਸ਼ੋ ਵੱਧ ਕੇ ਬਹੁਤ ਜ਼ਿਆਦਾ ਹੋ ਚੁੱਕੀ ਆ। ਤਾਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਸਾਡੇ ਲਾਈਫ ਸਟਾਈਲ 'ਚ ਦਿੱਕਤ ਆ। ਦਿੱਕਤ ਕੀ ਆ? ਸਾਡੀਆਂ ਜਿਹੜੀਆਂ ਮਾਡਰਨਾਈਜੇਸ਼ਨ ਦੀਆਂ ਜੋ ਚੱਲ ਰਿਹਾ ਸਿਸਟਮ, ਕੁੜੀਆਂ ਮਾਡਰਨ ਜ਼ਿਆਦਾ ਹੋ ਰਹੀਆਂ ਨੇ, ਖਾਣ ਪੀਣ ਦੇ ਵਿੱਚ ਤਬਦੀਲੀ ਆ ਗਈ। ਤੁਸੀਂ ਜੇ ਗੌਰ ਕਰੋ ਤਾਂ ਸ਼ਹਿਰਾਂ ਦੇ ਵਿੱਚ ਜਾ ਕੇ ਦੇਖੋ ਤਾਂ ਜਿੰਨੇ ਵੀ ਫਾਸਟ ਫੂਡ ਦੇ ਸਟਾਲਸ ਨੇ ਉੱਥੇ ਤੁਹਾਨੂੰ ਜ਼ਿਆਦਾ ਕੁੜੀਆਂ ਨਜ਼ਰ ਆਉਣਗੀਆਂ। ਮੈਦੇ ਦੀਆਂ ਬਣੀਆਂ ਹੋਈਆਂ ਆਈਟਮਾਂ ਬਹੁਤ ਜ਼ਿਆਦਾ ਖਾਧੀਆਂ ਜਾਂਦੀਆਂ ਨੇ, ਤਲੀਆਂ ਹੋਈਆਂ ਚੀਜ਼ਾਂ ਬਹੁਤ ਜ਼ਿਆਦਾ ਖਾਧੀਆਂ ਜਾਂਦੀਆਂ ਨੇ, ਰਿਫਾਈਨਡ ਆਇਲ ਦੀ ਮਾਤਰਾ ਜ਼ਿਆਦਾ ਵਰਤੀ ਜਾਂਦੀ ਆ। ਇਹ ਸਾਰੀਆਂ ਚੀਜ਼ਾਂ ਰਲਾ ਮਿਲਾ ਕੇ ਲੇਡੀਜ਼ ਨੂੰ ਬੱਚੇਦਾਨੀ ਦੇ ਵਿੱਚ ਰਸੌਲੀ ਲਈ ਜ਼ਿੰਮੇਵਾਰ ਨੇ। ਲਾਈਫ ਸਟਾਈਲ ਡਿਸਆਰਡਰ ਬੇਸਿਕਲੀ ਇਹ ਹੈਗਾ ਵਾ। ਇਸੇ ਕਾਰਨ ਕਰਕੇ ਬਹੁਤ ਜ਼ਿਆਦਾ ਸਮੱਸਿਆ ਵੱਧ ਰਹੀ ਆ। ਜੋ ਸਾਡੀਆਂ ਕੁੜੀਆਂ ਨੇ ਉਹ ਜ਼ਿਆਦਾ ਜ਼ੁਬਾਨ ਦੀਆਂ ਚਟੋਰੀਆਂ ਹੋ ਚੁੱਕੀਆਂ ਨੇ, ਫਾਸਟ ਫੂਡ ਜ਼ਿਆਦਾ ਇਸਤੇਮਾਲ ਕਰ ਰਹੀਆਂ ਨੇ। ਇਹੀ ਖਾਣ ਪੀਣ ਗਲਤ ਹੋਣ, ਰਹਿਣ ਸਹਿਣ ਗਲਤ ਹੋਣ, ਇਹੀ ਕਾਰਨ ਕਰਕੇ ਹੀ ਇਹ ਜ਼ਿਆਦਾ ਸਮੱਸਿਆ ਹੋ ਰਹੀ ਹੈ। ਪਰ ਬਾਈ ਜੀ ਅਹਿਮ ਗੱਲ ਤਾਂ ਇਹ ਆ ਵੀ ਬਿਮਾਰੀ ਬੜੀ ਤੇਜ਼ੀ ਨਾਲ ਵੱਧ ਰਹੀ ਆ, ਲਾਈਫ ਸਟਾਈਲ ਵੀ ਹੈਗਾ, ਪਰ ਕੀ ਇਸ ਤੋਂ ਬਚਿਆ ਜਾ ਸਕਦਾ? ਤੁਸੀਂ ਕੀ ਸੁਝਾਅ ਦਿਓਗੇ ਵੀ ਜਿਹੜਾ ਇਸ ਬਿਮਾਰੀ ਨੂੰ ਰੋਕਿਆ ਜਾਵੇ ਜਾਂ ਇਸ ਬਿਮਾਰੀ ਨੂੰ ਸਲੋ ਕੀਤਾ ਜਾਵੇ, ਕਿਉਂਕਿ ਬੜੀ ਤੇਜ਼ੀ ਨਾਲ ਇਹ ਵੱਧ ਰਹੀ ਅੱਗੇ? ਇਸ ਬਿਮਾਰੀ ਨੂੰ ਰੋਕਿਆ ਜਾ ਸਕਦਾ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਮੈਂ ਦੱਸਣਾ ਚਾਹੂੰਗਾ ਕਿ ਕੁਦਰਤ ਨੇ ਸਰੀਰ ਨੂੰ ਇੰਨਾ ਕੁ ਸ਼ਾਨਦਾਰ ਬਣਾਇਆ, ਜੇ ਇਹਦੇ ਵਿੱਚ ਕੋਈ ਸਮੱਸਿਆ ਆਉਣੀ ਹੋਵੇ ਤਾਂ ਪਹਿਲਾਂ ਅਲਟੀਮੇਟਲੀ ਵਾਰਨਿੰਗ ਜ਼ਰੂਰ ਦਿੰਦਾ ਸਰੀਰ। ਡਾਇਰੈਕਟਲੀ ਕੋਈ ਵੀ ਐਡੀ ਵੱਡੀ ਸਮੱਸਿਆ ਸਰੀਰ ਦੇ ਵਿੱਚ ਐਂਟਰ ਨਹੀਂ ਹੁੰਦੀ। ਐਦਾਂ ਨਹੀਂ ਹੁੰਦਾ ਕਿ ਰਸੌਲੀ ਅਚਾਨਕ ਹੀ ਬਣ ਗਈ। ਇਹ ਕਈ ਸਾਲਾਂ ਦਾ ਪ੍ਰੋਸੈਸ ਹੁੰਦਾ ਤੇ ਔਰਤਾਂ ਨੂੰ ਸਰੀਰ ਵਾਰਨਿੰਗ ਦਿੰਦਾ। ਉਹ ਕਿਵੇਂ ਦਿੰਦਾ? ਹਾਰਮੋਨ ਇੰਬੈਲੈਂਸ ਹੁੰਦਾ, ਪੀਰੀਅਡਸ ਘੱਟ ਜਾਂ ਵੱਧ ਆਉਣ ਲੱਗ ਜਾਣਗੇ, ਹਲਕੀ ਪੇਨ ਹੋਣ ਲੱਗ ਜੂਗੀ, ਜਾਂ ਈਵਨ ਲਕੋਰੀਆ ਵੀ ਇਹੀ ਸਿਗਨਲ ਆ ਕਿ ਬੱਚੇਦਾਨੀ ਦੇ ਵਿੱਚ ਕਿਤੇ ਨਾ ਕਿਤੇ ਕਮਜ਼ੋਰੀ ਆ, ਉਹਨੂੰ ਨਿਊਟ੍ਰੀਸ਼ਨ ਘੱਟ ਜਾ ਰਿਹਾ। ਉਸ ਵਿਸ਼ੇ ਦੇ ਉੱਤੇ ਗੌਰ ਕੀਤਾ ਜਾਣਾ ਬਣਦਾ। ਜੇ ਅਸੀਂ ਸਾਡੇ ਸਰੀਰ ਦੀ ਦਿੱਤੀ ਹੋਈ ਵਾਰਨਿੰਗ ਨੂੰ ਸਮਝ ਕੇ ਸਮੇਂ ਸਿਰ ਇਲਾਜ ਕਰਵਾ ਲਈਏ, ਸਮੇਂ ਸਿਰ ਉਸ ਸਮੇਂ ਦੇ ਚੀਜ਼ ਦੇ ਉੱਤੇ ਫੋਕਸ ਕੀਤਾ ਜਾਵੇ ਤਾਂ ਡੈਫੀਨੇਟਲੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ। ਪਰ ਸਮੱਸਿਆ ਇਹ ਆ ਕਿ ਇਹਨਾਂ ਚੀਜ਼ਾਂ ਦਾ ਕੋਈ ਦਰਦ ਨਹੀਂ, ਤੇ ਸਾਡਾ ਜੋ ਅੱਜ ਮਾਡਰਨ ਕਲਚਰ ਆ ਉਹ ਸਿਰਫ ਦਰਦ ਨੂੰ ਹੀ ਬਿਮਾਰੀ ਗਿਣਦੇ ਆ। ਜੇ ਪੀਰੀਅਡਸ ਘੱਟ ਜਾਂ ਵੱਧ ਆਉਂਦੇ ਆ, ਕੁੜੀਆਂ ਸੋਚਦੀਆਂ ਚਲੋ ਕੋਈ ਨਹੀਂ, ਚੱਲੀ ਜਾਣਦੇ, ਕੁਝ ਨਹੀਂ ਫਰਕ ਪੈਣ ਵਾਲਾ। ਲਕੋਰੀਆ ਹੋ ਗਿਆ, ਚਲੋ ਕੋਈ ਗੱਲ ਨਹੀਂ, ਦੇਖਾਂਗੇ ਕਿਹੜਾ ਕੋਈ ਤਕਲੀਫ ਆ। ਪਰ ਇਹਦੀ ਤਕਲੀਫ ਅੱਗੇ ਚੱਲ ਕੇ ਜਦੋਂ ਰਸੌਲੀਆਂ ਦੇ ਵਿੱਚ ਕਨਵਰਟ ਹੋ ਜਾਂਦੀ ਆ, ਫਿਰ ਉਸ ਸਮੇਂ ਥੋੜੇ ਸਮਾਧਾਨ ਹੈਗੇ ਨੇ, ਪਰ ਔਖੇ ਬਹੁਤ ਨੇ। ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸੋ ਮੇਰਾ ਸੁਝਾਅ ਤਾਂ ਇਹੀ ਆ ਕਿ ਅਗਰ ਕਿਸੇ ਭੈਣ ਨੂੰ, ਕਿਸੇ ਔਰਤ ਨੂੰ ਕੋਈ ਦਿੱਕਤ ਆ ਰਹੀ ਹੈ ਬੱਚੇਦਾਨੀ ਨਾਲ ਸੰਬੰਧਿਤ, ਤਾਂ ਸ਼ੁਰੂਆਤੀ ਦੌਰ ਦੇ ਵਿੱਚ ਹੀ ਬਿਨਾਂ ਝਿਜਕੇ ਆਪਣੀ ਗੌਰ ਕਰੋ, ਆਪਣਾ ਇਲਾਜ ਲਓ ਜਾਂ ਆਪਣੇ ਖਾਣ ਪੀਣ ਦੇ ਉੱਤੇ ਧਿਆਨ ਦਿਓ, ਤਾਂ ਇਸ ਬਿਮਾਰੀ ਤੋਂ ਡੈਫੀਨੇਟਲੀ ਬਚਿਆ ਜਾ ਸਕਦਾ। ਪਰ ਬਾਈ ਜੀ ਅਸੀਂ ਤਾਂ ਇਹੀ ਸੁਣਦੇ ਆ ਰਹੇ ਹਾਂ ਵੀ ਜਿਹੜੀ ਬੱਚੇਦਾਨੀ ਰਸੌਲੀ ਹੈਗੀ ਆ, ਇਸ ਦਾ ਪੱਕਾ ਹੱਲ ਆਪਰੇਸ਼ਨ ਹੀ ਹੈਗਾ। ਕੀ ਆਪਰੇਸ਼ਨ ਸੁਰੱਖਿਅਤ ਹੈ? ਕੀ ਆਪਰੇਸ਼ਨ ਤੋਂ ਬਾਅਦ ਹੋਰ ਬਿਮਾਰੀਆਂ ਦੀ ਆਵਤ ਤੇ ਨਹੀਂ ਆਉਂਦੀ? ਦੇਖੋ, ਮੈਂ ਹੈਗਾ ਨੇਚਰੋਪੈਥੀ ਦਾ ਕੰਸਲਟੈਂਟ। ਸਾਡਾ ਮੰਨਣਾ ਇਹ ਆ ਕਿ ਕੁਦਰਤ ਤੋਂ ਵੱਡਾ ਕੋਈ ਵੀ ਇਲਾਜ ਨਹੀਂ। ਕੁਦਰਤੀ ਢੰਗ ਨਾਲ ਜੋ ਇਲਾਜ ਹੋ ਜਾਵੇ, ਆਪਰੇਸ਼ਨ ਮਜਬੂਰੀ ਨੂੰ ਹੁੰਦਾ, ਮਜਬੂਰੀ 'ਚ ਹੀ ਹੋਣਾ ਚਾਹੀਦਾ। ਨੋ ਡਾਊਟ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਤਾਂ ਉਸ ਨੂੰ ਇਲਾਜ ਕਰਵਾਉਣਾ ਪਊ। ਜੇ ਅੱਜ ਅਸੀਂ ਮਾਡਰਨ ਇਲਾਜ ਕਰਵਾਉਣ ਲਈ ਜਾਂਦੇ ਆ ਤਾਂ ਉੱਥੇ ਸਿਰਫ ਤੋਂ ਸਿਰਫ ਇੱਕੋ ਹੀ ਇਲਾਜ ਆ, ਉਹ ਹੈਗਾ ਆਪਰੇਸ਼ਨ। ਪਰ ਉਹ ਵੀ ਉਦੋਂ ਵੀ ਕਰ ਦਿੱਤਾ ਜਾਂਦਾ ਜਦੋਂ ਉਸ 'ਚ ਕੋਈ ਐਮਰਜੈਂਸੀ ਨਹੀਂ ਹੁੰਦੀ। ਆਪਰੇਸ਼ਨ ਸਿਰਫ ਐਮਰਜੈਂਸੀ ਕੇਸ ਦੇ ਵਿੱਚ ਕਰਨਾ ਬਣਦਾ, ਪਰ ਅੱਜ ਮਜਬੂਰੀ ਆ, ਹਸਪੀਟਲਾਂ ਦੇ ਖਰਚੇ ਬਹੁਤ ਜ਼ਿਆਦਾ ਨੇ, ਲਾਲਚ ਵੀ ਆ, ਪੈਸਾ ਇਕੱਠਾ ਕਰਨ ਦੀ ਹੋੜ ਵੀ ਆ। ਮਰੀਜ਼ ਨੂੰ ਬਿਨਾਂ ਵਜ੍ਹਾ ਤੋਂ ਡਰਾ ਕੇ ਵੀ ਉਹਦਾ ਆਪਰੇਸ਼ਨ ਕਰ ਦਿੱਤਾ ਜਾਂਦਾ, ਜਦੋਂ ਕਿ 60 ਤੋਂ ਲੈ ਕੇ 80% ਕੇਸਾਂ ਦੇ ਵਿੱਚ ਆਪਰੇਸ਼ਨ ਦੀ ਕੋਈ ਲੋੜ ਨਹੀਂ ਹੁੰਦੀ। ਬੱਚੇਦਾਨੀ ਦੇ ਵਿੱਚ ਰਸੌਲੀ ਦੇ ਨਾਲ ਵੀ ਜੀਵਨ ਪੂਰੇ ਦਾ ਪੂਰਾ ਐਜ਼ ਇਟ ਇਜ਼ ਕੱਢਿਆ ਜਾ ਸਕਦਾ ਵਾ। ਆਪਰੇਸ਼ਨ ਬਿਨਾਂ ਜ਼ਰੂਰਤ ਤੋਂ ਵੀ ਕੀਤੇ ਜਾ ਰਹੇ ਆ। ਇਹ ਸਭ ਤੋਂ ਵੱਡੀ ਪਹਿਲੇ ਨੰਬਰ ਦੀ ਸਮੱਸਿਆ। ਨੰਬਰ 2, ਆਪਰੇਸ਼ਨ ਵੀ ਸੁਰੱਖਿਅਤ ਨਹੀਂ। ਮਰੀਜ਼ ਨੂੰ ਆਪਰੇਸ਼ਨ ਦੇ ਦੌਰਾਨ ਵੀ ਕੁਝ ਹੋ ਸਕਦਾ, ਸਾਰੇ ਜਾਣਦੇ ਆ। ਆਪਰੇਸ਼ਨ ਤੋਂ ਬਾਅਦ ਦੀਆਂ ਵੀ ਕੰਪਲਿਕੇਸ਼ਨਸ ਬਹੁਤ ਜ਼ਿਆਦਾ ਨੇ। ਕਈ ਵਾਰ ਇਹ ਕੈਂਸਰ ਵੱਲ ਨੂੰ ਵੀ ਵੱਧ ਜਾਂਦਾ ਆਪਰੇਸ਼ਨ ਤੋਂ ਬਾਅਦ ਵੀ, ਜਦੋਂ ਕਿ ਮਰੀਜ਼ ਨੂੰ ਅਕਸਰ ਇਹ ਦੱਸਿਆ ਜਾਂਦਾ ਕਿ ਜੇ ਤੁਸੀਂ ਆਪਰੇਸ਼ਨ ਨਹੀਂ ਕਰਾਓਗੇ ਤਾਂ ਕੈਂਸਰ ਹੋ ਸਕਦਾ, ਇਸ ਕਰਕੇ ਬੱਚੇਦਾਨੀ ਹੀ ਕਢਵਾ ਦਿੱਤੀ ਜਾਵੇ। ਪਰ ਇਹ ਗੱਲ ਨਹੀਂ ਦੱਸੀ ਜਾ ਰਹੀ ਕਿ ਆਪਰੇਸ਼ਨ ਤੋਂ ਬਾਅਦ ਵੀ ਕੈਂਸਰ ਹੋ ਜਾਂਦਾ ਵਾ। ਜੋ ਜਗ੍ਹਾ ਖਾਲੀ ਹੋ ਗਈ, ਬੱਚੇਦਾਨੀ ਕੱਢ ਦਿੱਤੀ ਗਈ, ਉੱਥੇ ਕਈ ਤਰ੍ਹਾਂ ਦੇ ਕੈਂਸਰ ਪਨਪਣ ਦੀ ਸੰਭਾਵਨਾ ਰਹਿੰਦੀ ਆ। ਸੋ ਕੰਪਲਿਕੇਸ਼ਨਸ ਤਾਂ ਬਾਅਦ ਦੇ ਵਿੱਚ ਵੀ ਉਸ ਤੋਂ ਜ਼ਿਆਦਾ ਹੁੰਦੀਆਂ, ਅਸੀਂ ਆਮ ਦੇਖਦੇ ਹਾਂ। 15 ਤੋਂ 20% ਕੇਸਿਸ ਦੇ ਵਿੱਚ ਕੰਪਲਿਕੇਸ਼ਨਸ ਆ ਰਹੀਆਂ। ਸੋ ਬਾਈ ਜੀ ਜਿਹੜੀ ਬੱਚੇਦਾਨੀ ਦੀ ਰਸੌਲੀ ਹੈਗੀ ਆ,
ਕੀ ਇਹ ਜਾਨਲੇਵਾ ਹੈਗੀ ਆ? ਕੀ ਇਸ ਦਾ ਆਪਰੇਸ਼ਨ ਕਰਾਉਣਾ ਚਾਹੀਦਾ ਜਾਂ ਕੀ ਇਸ ਦਾ ਇਲਾਜ ਜਿਹੜਾ ਕਿੰਨਾ ਕੁ ਜ਼ਰੂਰੀ ਹੈਗਾ? ਹੁਣੇ ਤੁਹਾਨੂੰ ਦੱਸਿਆ ਕਿ ਬੱਚੇਦਾਨੀ ਦੇ ਵਿੱਚ ਜਿਹੜੀ ਰਸੌਲੀ ਹੈਗੀ ਆ ਉਹ ਜਾਨਲੇਵਾ ਬਿਮਾਰੀ ਮੌਕੇ ਤੇ ਨਹੀਂ ਹੈਗੀ, ਬਹੁਤ ਲੰਬਾ ਚੱਲਿਆ ਜਾ ਸਕਦਾ ਹੈ। ਆਪਰੇਸ਼ਨ ਕੋਈ ਬਹੁਤ ਜ਼ਿਆਦਾ ਜ਼ਰੂਰੀ ਨਹੀਂ। ਜੇਕਰ ਕਿਸੇ ਭੈਣ ਨੂੰ ਰਸੌਲੀ ਹੋ ਜਾਂਦੀ ਆ ਤਾਂ ਉਹ ਦਵਾਈਆਂ ਨਾਲ ਆਪਣਾ ਜੀਵਨ ਬਸਰ ਕਰ ਸਕਦੀ ਆ। ਦਵਾਈਆਂ ਦੇ ਨਾਲ ਆਪਣੀ ਸਮੱਸਿਆ ਨੂੰ ਰੋਕ ਕੇ ਜਿੱਥੇ ਰਸੌਲੀ ਹੈਗੀ ਆ ਉਸ ਦੀ ਗਰੋਥ ਨੂੰ ਰੋਕਿਆ ਜਾ ਸਕਦਾ ਤੇ ਰਸੌਲੀ ਦੇ ਨਾਲ ਹੀ ਸਾਰੀ ਜ਼ਿੰਦਗੀ ਨੂੰ ਕੱਢਿਆ ਜਾ ਸਕਦਾ। ਕੋਈ ਐਡਾ ਜਾਨਲੇਵਾ ਇਹਦੇ ਵਿੱਚ ਕੋਈ ਐਸਾ ਨਹੀਂ ਹੈਗਾ। ਸ਼ਰਤ ਇੱਕੋ ਹੀ ਆ ਕਿ ਜੋ ਇਹਦੀਆਂ ਕੰਪਲਿਕੇਸ਼ਨਸ ਨੇ, ਦੋ ਦਿੱਕਤਾਂ ਮੇਨ ਮੰਨੀਆਂ ਜਾਂਦੀਆਂ ਨੇ। ਇੱਕ ਤਾਂ ਹੈਵੀ ਬਲੀਡਿੰਗ, ਕਈ ਔਰਤਾਂ ਨੂੰ ਬਹੁਤ ਜ਼ਿਆਦਾ ਬਲੀਡਿੰਗ ਹੋਣ ਲੱਗ ਜਾਂਦੀ ਆ, ਉਹ ਨਹੀਂ ਰੁਕਦੀ ਜਾਂ ਕੰਟਰੋਲ ਦੇ ਵਿੱਚ ਨਹੀਂ ਆਉਂਦੀ। ਜੇ ਉਹਨੂੰ ਰੋਕਿਆ ਜਾ ਸਕਦਾ, ਟ੍ਰੀਟਮੈਂਟ ਕੀਤਾ ਜਾ ਸਕਦਾ ਤਾਂ ਰਸੌਲੀ ਦੇ ਆਪਰੇਸ਼ਨ ਦੀ ਜ਼ਰੂਰਤ ਨਹੀਂ ਹੈਗੀ। ਦੂਸਰਾ ਹੈਗਾ ਦਰਦ, ਬਹੁਤ ਜ਼ਿਆਦਾ ਹੈਵੀ ਪੇਨ ਹੋਣ ਲੱਗ ਜਾਂਦੀ ਹੈ ਲੇਡੀਜ਼ ਨੂੰ, ਲਗਾਤਾਰ ਹੁੰਦੀ ਰਹਿੰਦੀ ਆ। ਜੇ ਉਹ ਦਰਦ ਹੈਗਾ ਤਾਂ ਉਸ ਦਾ ਵੀ ਸਿੰਪਟੋਮੈਟਿਕ ਇਲਾਜ, ਅਗਰ ਸਿੰਪਟੋਮੈਟਿਕ ਇਲਾਜ ਨਾਲ ਕੰਮ ਚੱਲਦਾ ਵਾ ਤਾਂ ਆਪਰੇਸ਼ਨ ਦੀ ਕੋਈ ਨੌਬਤ ਨਹੀਂ ਹੈ। ਸੋ ਬਾਈ ਜੀ, ਇਹ ਬੜੀਆਂ ਹੈਰਾਨੀਆਂ ਵਾਲੀਆਂ ਤੁਸੀਂ ਗੱਲਾਂ ਕਰ ਰਹੇ ਹੋ, ਪਰ ਲੋਕ ਤਾਂ ਹਸਪਤਾਲਾਂ ਵਿੱਚ ਜਾ ਕੇ ਲੱਖਾਂ ਰੁਪਏ ਖਰਚ ਰਹੇ ਆ, ਆਪਣੇ ਸਰੀਰ ਦੀ ਚੀਰ-ਫਾੜ ਕਰਾ ਰਹੇ ਆ, ਕਸ਼ਟ ਵੀ ਝੱਲ ਰਹੇ ਆ, ਉਹਨਾਂ ਦਾ ਪਰਿਵਾਰ ਵੀ ਹਫ਼ਤਾ 10 ਦਿਨ ਉਹਨਾਂ ਦੀ ਸੇਵਾ ਵਿੱਚ ਲੱਗਾ ਰਹਿੰਦਾ। ਪਰ ਦੂਜੇ ਪਾਸੇ ਤੁਸੀਂ ਕਹਿੰਦੇ ਆ ਵੀ ਆਪਰੇਸ਼ਨ ਤੋਂ ਬਿਨਾਂ ਤੁਸੀਂ ਦਵਾਈਆਂ ਨਾਲ, ਮੈਡੀਸਨ ਨਾਲ, ਨੈਚੁਰਲ ਤਰੀਕੇ ਨਾਲ ਵੀ ਠੀਕ ਕਰਦੇ ਹੋ। ਕੀ ਇਹ ਪੱਕਾ ਦਾਵਾ ਕਰਦੇ ਹੋ ਤੁਸੀਂ ਵੀ ਕੀ ਜਿਹੜੇ ਪੇਸ਼ੈਂਟ ਹੈਗੇ ਆ ਉਹ ਦਵਾਈਆਂ ਨਾਲ ਵੀ ਠੀਕ ਹੋ ਸਕਦੇ ਆ? ਦਾਵਾ ਤਾਂ ਇਦਾਂ ਹੁੰਦਾ ਕਿ ਅਸੀਂ ਮੈਡੀਕਲ ਸਾਇੰਸ ਆ, ਇਹਦੇ ਵਿੱਚ ਦਾਅਵੇ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਪਰ ਮਰੀਜ਼ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਕਿ ਅਸੀਂ ਸਿੰਪਟੋਮੈਟਿਕ ਇਲਾਜ, ਜਿਵੇਂ ਕਿ ਹੈਵੀ ਬਲੀਡਿੰਗ ਨੂੰ ਰੋਕ ਸਕਦੇ ਹਾਂ। ਦੁਬਾਰਾ ਹੈਵੀ ਬਲੀਡਿੰਗ ਨਹੀਂ ਹੋਊਗੀ ਜੇ ਅਸੀਂ ਟ੍ਰੀਟਮੈਂਟ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਰੋਕਦੇ ਹਾਂ। ਦੂਸਰੇ ਨੰਬਰ ਤੇ ਰਸੌਲੀ ਦੀ ਗਰੋਥ ਰੋਕ ਦਿੰਦੇ ਹਾਂ। ਤੀਸਰੇ ਨੰਬਰ ਤੇ ਦਰਦ ਰੋਕ ਦਿੰਦੇ ਹਾਂ। ਜੇ ਤਿੰਨਾਂ ਚੋਂ ਕੋਈ ਇੱਕ ਸਮੱਸਿਆ ਨਹੀਂ ਹੈਗੀ ਲੇਡੀਜ਼ ਨੂੰ ਤਾਂ ਉਹਨੂੰ ਆਪਰੇਸ਼ਨ ਦੀ ਕੋਈ ਨੌਬਤ ਨਹੀਂ ਹੈਗੀ। ਪਹਿਲੇ ਨੰਬਰ ਤੇ ਅਸੀਂ ਤਿੰਨੇ ਸਿੰਪਟਮਸ ਦੇ ਉੱਪਰ ਕੰਮ ਕਰਾਂਗੇ। ਚੌਥੇ ਨੰਬਰ ਤੇ ਆਉਂਦਾ ਦਾਵਾ, ਜੋ ਲੋਕ ਸੋਚਦੇ ਆ ਕਿ ਰਸੌਲੀਆਂ ਨੂੰ ਖੋਰ ਦਿੱਤਾ ਜਾਵੇ ਜਾਂ ਖਤਮ ਕਰ ਦਿੱਤਾ ਜਾਵੇ ਜਾਂ ਕੱਢ ਦਿੱਤਾ ਜਾਵੇ, ਤਾਂ ਉਹ ਵੀ ਪੋਸੀਬਲ ਹੈ। ਰਸੌਲੀਆਂ ਖੁਰ ਜਾਂਦੀਆਂ ਨੇ, ਲੌਂਗ ਟਰਮ ਪ੍ਰੋਸੈਸ ਆ, 6 ਮਹੀਨੇ ਤੋਂ ਸਾਲ ਵੀ ਲੱਗ ਸਕਦਾ ਵਾ। ਪਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਰਸੌਲੀਆਂ ਨੂੰ ਖੋਰਿਆ ਜਾ ਸਕਦਾ ਵਾ, ਔਰ ਉਹ ਵੀ ਕਿੱਥੇ ਖੋਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ, ਉਸ ਗੱਲ ਦੇ ਉੱਪਰ ਵੀ ਧਿਆਨ ਦੇਣਾ ਜ਼ਰੂਰੀ ਆ। ਮੰਨ ਕੇ ਚੱਲੋ ਕਿਸੇ ਲੜਕੀ ਨੂੰ ਰਸੌਲੀਆਂ ਹੋ ਗਈਆਂ, ਜਿਹਦੀ ਰੀਸੈਂਟ ਮੈਰਿਜ ਹੋਈ ਆ ਤੇ ਉਹਨਾਂ ਨੂੰ ਬੱਚਾ ਚਾਹੀਦਾ, ਜਿਨ੍ਹਾਂ ਨੇ ਬੇਬੀ ਪਲਾਨ ਕਰਨਾ, ਤਾਂ ਉਹਨਾਂ ਨੂੰ ਜ਼ਰੂਰੀ ਹੈ ਕਿ ਉਹ ਰਸੌਲੀਆਂ ਨੂੰ ਖਤਮ ਕੀਤਾ ਜਾਵੇ। ਜਿੰਨਾ ਚਿਰ ਰਸੌਲੀ ਅੰਦਰ ਰਹੂਗੀ ਬੱਚੇਦਾਨੀ ਦੇ ਵਿੱਚ, ਉਹਨਾਂ ਚਿਰ ਬੱਚਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ। ਠੀਕ ਹੈ ਪਰ ਜੀ, ਜਦੋਂ ਆਮ ਘਰਾਂ ਦੇ ਵਿੱਚ ਜਾਂ ਮਿਡਲ ਕਲਾਸ ਫੈਮਲੀਆਂ ਵਿੱਚ ਇਦਾਂ ਦੀਆਂ ਭਿਆਨਕ ਬਿਮਾਰੀਆਂ ਆ ਜਾਂਦੀਆਂ ਨਾ, ਉਹਦਾ ਰੌਲ ਵੀ ਜਾਂਦੇ ਆ। ਕਈਆਂ ਨੂੰ ਗਹਿਣੇ ਵੇਚਣੇ ਪੈਂਦੇ ਆ, ਕਈਆਂ ਨੂੰ ਕੁਛ ਨਾ ਕੁਛ ਕਰਨਾ ਪੈਂਦਾ, ਲੱਖਾਂ ਰੁਪਏ ਹਸਪਤਾਲ ਵਿੱਚ ਖਰਚ ਰਹੇ ਆ, ਪਰ ਠੀਕ ਫੇਰ ਵੀ ਨਹੀਂ ਹੁੰਦੇ। ਦੂਜੇ ਪਾਸੇ ਜੇਕਰ ਅਸੀਂ ਵੈਦ ਆਨੰਦ ਕੁਮਾਰ ਜੀ ਦੀ ਗੱਲ ਕਰ ਲਈਏ, HW ਨੇਚਰ ਸੈਂਟਰ ਦੀ ਗੱਲ ਕਰ ਲਈਏ, ਤਾਂ ਕਿਸੇ ਨੇ ਇਲਾਜ ਕਰਾਉਣਾ ਆ, ਆਮ ਪਰਿਵਾਰ 'ਚੋਂ ਹੈਗਾ, ਮਿਡਲ ਕਲਾਸ 'ਚੋਂ ਹੈਗਾ, ਜਾਂ ਕੋਈ ਮਾਤੜ ਸਾਥੀ ਹੈਗਾ, ਕਿੰਨਾ ਖਰਚਾ ਹੈਗਾ? ਇੱਕ ਪਾਸੇ ਲੱਖਾਂ ਰੁਪਏ ਲੱਗ ਰਹੇ ਆ, ਚੀਰ ਫਾੜ ਵੀ ਹੋ ਰਹੀ ਆ। ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਵੀ ਸਾਦੇ ਢੰਗ ਨਾਲ ਮੈਡੀਸਨ ਦੇ ਨਾਲ ਠੀਕ ਕਰ ਰਹੇ ਹੋ, ਪਰ ਖਰਚਾ ਕਿੰਨਾ ਕੁ ਤੁਸੀਂ ਲੈਂਦੇ ਹੋ? ਕਿੰਨਾ ਕੁ ਖਰਚਾ ਆਉਂਦਾ ਇਸ 'ਤੇ? ਜੀ ਬਹੁਤ ਹੀ ਨੋਮੀਨਲ ਖਰਚਾ ਕਾਸਟ ਕਰਦੇ ਹਾਂ ਅਸੀਂ। ਜੇਕਰ ਕੋਈ ਇੱਕੋ ਹੀ ਬਿਮਾਰੀ ਆ ਤਾਂ 70-80 ਰੁਪਏ ਲਗਭਗ ਡੇਲੀ ਦਾ ਖਰਚ ਹੁੰਦਾ, ਕੋਈ ਬਹੁਤ ਜ਼ਿਆਦਾ ਨਹੀਂ। ਹਰ ਕੋਈ ਇਹਨੂੰ ਅਫੋਰਡ ਕਰ ਸਕਦਾ। ਜੇ ਅਸੀਂ ਚਾਹੀਏ ਤਾਂ ਇੱਥੇ 10-10 ਹਜ਼ਾਰ ਰੁਪਏ ਵੀ ਲੈ ਸਕਦੇ ਹਾਂ। ਸਾਨੂੰ ਪਤਾ ਕਿ ਲੋਕਾਂ ਨੇ ਆਪਰੇਸ਼ਨ ਤੋਂ ਬਚਣਾ ਤਾਂ ਸਾਨੂੰ ਉਹ ਦੇਣਗੇ, 10-10 ਹਜ਼ਾਰ ਰੁਪਏ ਮਹੀਨੇ ਦਾ ਖਰਚਾ ਪਾ ਸਕਦੇ ਹਾਂ। ਪਰ ਅਸੀਂ 2000, 2200, 2500 ਬਸ ਜੋ ਉਹਦੀਆਂ ਕੰਪਲਿਕੇਸ਼ਨਸ ਨੇ ਉਹਦੇ ਹਿਸਾਬ ਨਾਲ 70-80 ਰੁਪਏ ਪਰ ਡੇ ਦੇ ਹਿਸਾਬ ਨਾਲ ਉਹਦਾ ਖਰਚ ਪਊਗਾ। ਕੋਈ ਬਹੁਤ ਜ਼ਿਆਦਾ ਖਰਚਾ ਨਹੀਂ ਪਊਗਾ, ਔਰ ਰਿਜ਼ਲਟ ਵੀ ਬੰਦੇ ਨੂੰ ਪਹਿਲੇ ਹੀ ਮਹੀਨੇ ਮਿਲਣੇ ਸ਼ੁਰੂ ਹੋ ਜਾਂਦੇ ਆ। ਅੱਗੇ ਆ ਬੰਦਾ ਕੈਰੀ ਕਰ ਸਕਦਾ। ਸਮਾਂ ਜ਼ਰੂਰ ਲੱਗਦਾ, ਇਨਸਟੈਂਟ ਇਲਾਜ ਨਹੀਂ ਹੁੰਦਾ ਨੇਚਰੋਪੈਥੀ ਦੇ ਵਿੱਚ ਵੀ ਅੱਜ ਦਵਾਈ ਖਾਧੀ ਤੇ ਅੱਜ ਹੀ ਠੀਕ ਹੋ ਜਾਊਗਾ, ਨਹੀਂ। 2-4 ਮਹੀਨੇ, 6 ਮਹੀਨੇ ਦਾ ਕੋਰਸ ਹਰ ਕੋਈ ਹੁੰਦਾ। ਇਹ ਵੀ ਇੱਕ ਤੁਸੀਂ ਵੇਖ ਸਕਦੇ ਹੋ ਵੱਡੀ ਗੱਲ ਆ। ਹਰ ਕੋਈ ਇਨਸਾਨ ਆਪੋ ਆਪਣੇ ਬਿਜ਼ਨਸ ਦੇ ਵਿੱਚ ਪੈਸੇ ਕਮਾਉਂਦਾ, ਪਰ ਜੇਕਰ ਆਪਾਂ ਵੈਦ ਆਨੰਦ ਕੁਮਾਰ ਜੀ ਦੀ ਗੱਲ ਕਰ ਲਈਏ ਤਾਂ ਬਹੁਤ ਘੱਟ ਪੈਸਿਆਂ ਦੇ ਵਿੱਚ 60-70 ਰੁਪਏ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਕੁਝ ਨਹੀਂ ਹੁੰਦੇ। ਤੁਸੀਂ ਵੀ ਜਾਣਦੇ ਹੋ, ਇੱਕ ਪਾਸੇ ਲੱਖਾਂ ਰੁਪਏ ਲੱਗ ਰਹੇ ਆ, ਦੂਜੇ ਪਾਸੇ 60-70 ਰੁਪਏ ਇੱਕ ਦਿਨ ਦੇ। ਜੇਕਰ ਮਹੀਨੇ ਦੀ ਆਪਾਂ ਗੱਲ ਕਰ ਲਈਏ ਤਾਂ 2000, 2200, 2500 ਤੱਕ ਤੁਹਾਡਾ ਇਲਾਜ ਹੋ ਜਾਂਦਾ। ਸਾਦੇ ਢੰਗ ਨਾਲ ਇਲਾਜ ਹੋ ਰਿਹਾ ਆ, ਤੁਹਾਡੀ ਬਿਮਾਰੀ ਜੜ ਤੋਂ ਖਤਮ ਹੋ ਰਹੀ ਆ, ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪੈ ਰਹੀ, ਤੁਹਾਡੇ ਪਰਿਵਾਰਾਂ ਨੂੰ ਹਸਪਤਾਲਾਂ ਵਿੱਚ ਰੋਲਣ ਦਾ ਨਹੀਂ ਜਾਣਾ ਪੈ ਰਿਹਾ। ਇਹ ਇੱਕ ਤੁਹਾਨੂੰ ਵਧੀਆ ਤਰੀਕੇ ਨਾਲ ਇਹਨਾਂ ਵੱਲੋਂ ਪੰਜਾਬ ਦੇ ਲੋਕਾਂ ਦੀ ਕਹਿ ਸਕਦੇ ਆ, ਜਾਂ ਪੂਰੀ ਦੁਨੀਆ ਵਿੱਚ ਵੱਸਦੇ ਜਿਹੜੇ ਪੰਜਾਬੀ ਹੈਗੇ ਆ ਉਹਨਾਂ ਦੀ ਸੇਵਾ ਕਰ ਰਹੇ ਆ। ਡਾਕਟਰ ਸਾਹਿਬ, ਇੱਕ ਗੱਲ ਮੈਨੂੰ ਹੋਰ ਦੱਸ ਦਿਓ, ਜਿਵੇਂ ਆਪਾਂ ਦੁਨੀਆ ਦੀ ਗੱਲ ਕਰ ਲਈ ਹੈ ਨਾ, ਬਹੁਤ ਸਾਰੇ ਲੋਕ ਤਾਂ ਮੈਨੂੰ ਇਹ ਪਤਾ ਲੱਗਾ ਤੁਹਾਡੇ ਕੋਲ ਵਿਜ਼ਿਟ ਕਰ ਰਹੇ ਆ ਜਿਹੜੇ ਨੇੜੇ ਨੇੜੇ ਹੈਗੇ ਆ, ਜਿਵੇਂ ਦੂਰ ਹੈਗੇ ਆਪਣੇ ਆਊਟ ਆਫ ਕੰਟਰੀ ਆ ਜਾਂ ਆਊਟ ਆਫ ਸਟੇਟ ਹੈਗੇ ਆ, ਉਹਨਾਂ ਦੇ ਵੀ ਸਮੱਸਿਆਵਾਂ ਤਾਂ ਸੇਮ ਹੈਗੀਆਂ ਆ, ਪਰ ਉਹ ਤੁਹਾਡੇ ਕੋਲ ਨਹੀਂ ਆ ਸਕਦੇ ਹੈਗੇ। ਉਹਨਾਂ ਨੇ ਮਜਬੂਰੀਆਂ, ਚਾਹੇ ਫਲਾਈਟਾਂ ਬੰਦ ਆ, ਚਾਹੇ ਟਰੈਵਲ ਨਹੀਂ ਕਰ ਸਕਦੇ, ਪਰ ਉਹ ਇਲਾਜ ਤੁਹਾਡੇ ਤੋਂ ਕਰਾਉਣਾ ਚਾਹੁੰਦੇ ਆ। ਕੀ ਤੁਸੀਂ ਆਨਲਾਈਨ ਕੋਰੀਅਰ ਕਰਦੇ ਹੋ, ਜਾਂ ਫਿਰ ਕਿੱਦਾਂ ਸਲਾਹ ਕਿੱਦਾਂ ਲੈਣ, ਕਿੱਦਾਂ ਉਹ ਚੈੱਕਅਪ ਕਰਾਉਣ, ਤੁਹਾਨੂੰ ਕਿੱਦਾਂ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਹੋ? ਅੱਜ ਬਹੁਤ ਅੱਛੀ ਸੁਵਿਧਾ ਅਵੇਲੇਬਲ ਆ ਕੋਰੀਅਰ ਦੀ।
ਇੰਟਰਨੈਸ਼ਨਲ ਕੋਰੀਅਰ, ਡੋਮੈਸਟਿਕ ਕੋਰੀਅਰ ਸਾਰੀ ਸਰਵਿਸ ਆਪਣੇ ਕੋਲੇ ਹੈਗੀ ਆ। ਬਟ ਪੇਸ਼ੈਂਟ ਦੀ ਮੇਰੇ ਨਾਲ ਪਰਸਨਲ ਅਪਾਇੰਟਮੈਂਟ ਹੋਣੀ ਜ਼ਰੂਰੀ ਆ ਕਿਉਂਕਿ ਹਰੇਕ ਪੇਸ਼ੈਂਟ ਦੀਆਂ ਕੰਪਲਿਕੇਸ਼ਨਸ ਅਲੱਗ ਨੇ। ਕੰਪਲਿਕੇਸ਼ਨਸ ਦੇ ਹਿਸਾਬ ਨਾਲ ਹੀ ਮੈਂ ਮੈਡੀਸਨ ਪੈਕ ਕਰਕੇ ਤਿਆਰ ਕਰਕੇ ਭੇਜਦਾ ਵਾਂ ਤੇ ਗੱਲਬਾਤ ਤਾਂ ਜ਼ਰੂਰੀ ਆ, ਚਾਹੇ ਟੈਲੀਫੋਨਿਕ ਇੰਟਰਵਿਊ ਹੋ ਜਾਵੇ ਜਾਂ ਪਰਸਨਲੀ ਬੰਦਾ ਆ ਜਾਵੇ, ਜਿੱਦਾਂ ਮਰਜ਼ੀ ਕਰ ਲਵੇ। ਬਟ ਸਾਡੇ ਕੋਲੇ ਕੋਰੀਅਰ ਸਰਵਿਸ ਅਵੇਲੇਬਲ ਆ, ਡੋਮੈਸਟਿਕ ਵੀ ਤੇ ਇੰਟਰਨੈਸ਼ਨਲ ਵੀ। ਮਤਲਬ ਕਿਸੇ ਵੀ ਕੰਟਰੀ ਦੇ ਵਿੱਚ ਬੈਠੇ ਹੋਣ ਉਹ ਤੁਹਾਡੇ ਕੋਲੋਂ ਇਲਾਜ ਕਰਵਾ ਸਕਦੇ ਆ? ਹਾਂਜੀ ਬਿਲਕੁਲ ਕਰਵਾ ਸਕਦੇ ਆ ਜੀ। ਜਿਹੜੀ ਕੰਟਰੀਜ਼ ਮਤਲਬ ਫੋਰਨ ਦੇ ਵਿੱਚੋਂ ਮੈਡੀਸਨ ਨੂੰ ਅਲਾਉ ਕਰਦੀਆਂ ਨੇ ਉੱਥੇ, ਜਿਵੇਂ ਕਿ ਇਟਲੀ ਆ, ਇਟਲੀ ਤੋਂ ਬਿਨਾਂ ਬਾਕੀ ਆਲ ਓਵਰ ਦਾ ਵਰਲਡ ਅਸੀਂ ਮੈਡੀਸਨ ਭੇਜਦੇ ਆ। ਬਾਕੀ ਜਿੱਥੇ ਮਰਜ਼ੀ ਹੋਵੇ ਸਾਰੇ ਕਿਤੇ ਪਹੁੰਚ ਸਕਦੇ। ਸੋ ਬਾਕੀ ਜਿਹੜਾ ਅੱਜ ਦਾ ਵੀ ਇਹ ਇੰਟਰਵਿਊ ਸੀ, ਅਸੀਂ ਇਹਨਾਂ ਕੋਲੋਂ ਟਾਈਮ ਲਿਆ ਸੀ ਕਿਉਂਕਿ ਪਿਛਲੀ ਇੰਟਰਵਿਊ ਦੇ ਵਿੱਚ ਸੈਂਕੜੇ ਲੋਕੀ ਠੀਕ ਹੋ ਰਹੇ ਆ, ਸ਼ੂਗਰ ਦੀ ਪੁਆਇੰਟ ਤੋਂ ਪੈਸੇ ਬਚ ਰਹੇ ਆ, ਪਰ ਬੱਚੇਦਾਨੀ ਦੀ ਰਸੌਲੀ ਇਹ ਇੱਕ ਵੱਡੀ ਸਮੱਸਿਆ ਆ, ਖਾਸ ਤੌਰ ਤੇ ਮਹਿਲਾਵਾਂ ਦੇ ਵਿੱਚ। ਉਹਨਾਂ ਦੇ ਬਹੁਤ ਸਾਰੇ ਸਵਾਲ ਉਹ ਚਾਹੁੰਦੀਆਂ ਸਨ ਵੀ ਅਸੀਂ ਵੀ ਥੋੜੇ ਪੈਸੇ ਦੇ ਵਿੱਚ ਆਪਣੇ ਘਰ ਵਿੱਚ ਰਹਿ ਕੇ ਸਾਦੇ ਢੰਗ ਨਾਲ ਆਪਣਾ ਟ੍ਰੀਟਮੈਂਟ ਕਰ ਲਈਏ, ਨੈਚੁਰਲ ਤਰੀਕੇ ਨਾਲ ਟ੍ਰੀਟਮੈਂਟ ਕਰੀਏ, ਸਾਡੀ ਕੋਈ ਬੋਡੀ ਦਾ ਚੀਰ-ਫਾੜ ਨਾ ਕਰਨਾ ਪਵੇ। ਤਾਂ ਉਸ ਤੋਂ ਬਾਅਦ ਜੇਕਰ ਆਪਾਂ ਪਹਿਲੇ ਨੰਬਰ ਤੇ ਝਾਤ ਮਾਰਦੇ ਜਦੋਂ ਦਿਮਾਗ ਵਿੱਚ ਵੀ ਗੱਲ ਆਉਂਦੀ ਆ ਤਾਂ HW ਨੈਚੁਰਲ ਸੈਂਟਰ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਹੈਗਾ ਆ, ਗਿੱਲ ਪਿੰਡ ਦੇ ਗਿੱਲ ਚੌਂਕ ਦੇ ਨੇੜੇ ਹੈਗਾ। ਸਾਡੀ ਸਕਰੀਨ ਤੇ ਐਡਰੈਸ ਵੀ ਆ ਰਿਹਾ, ਟੈਲੀਫੋਨ ਨੰਬਰ ਵੀ ਆ ਰਿਹਾ ਆ, ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਆ। ਕੋਈ ਵੀ ਤੁਹਾਡਾ ਸਵਾਲ ਹੈਗਾ ਆਪਣਾ ਬੇਝਿਜਕ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਆ। ਐਡਰੈਸ ਸਾਡੀ ਸਕਰੀਨ ਤੇ ਆ ਰਿਹਾ ਆ, ਪਰ ਮਸਲਾ ਇਹ ਆ ਥੋੜੇ ਪੈਸਿਆਂ ਦੇ ਵਿੱਚ ਬੜੀ ਜਲਦ ਸਾਦੇ ਢੰਗ ਦੇ ਨਾਲ ਤੁਸੀਂ ਆਪਣਾ ਇਲਾਜ ਇੱਥੋਂ ਕਰਵਾ ਸਕਦੇ ਆ। ਸੋ ਬਾਈ ਜੀ ਲਾਸਟ ਵਿੱਚ ਕੀ ਕਹੋਗੇ ਸਾਡੇ ਦਰਸ਼ਕਾਂ ਨੂੰ ਜਿਹੜੇ ਕਾਫੀ ਪਰੇਸ਼ਾਨ ਬੈਠੇ ਆ, ਜਿਹੜੇ ਆਪਣੀ ਉਮੀਦ ਵੀ ਖਤਮ ਕਰ ਬੈਠੇ ਆ? ਉਮੀਦ ਖਤਮ ਮਤਲਬ ਲੋਕਾਂ ਕੋਲ ਜਿਨ੍ਹਾਂ ਕੋਲ ਲੱਖਾਂ ਰੁਪਈਏ ਹੈ ਨਹੀਂ, ਉਹ ਕਹਿੰਦੇ ਅਸੀਂ ਤਾਂ ਆਪਰੇਸ਼ਨ ਵੀ ਨਹੀਂ ਕਰਾ ਸਕਦੇ, ਪਰ ਰਸੌਲੀ ਵੱਧਦੀ ਜਾ ਰਹੀ ਆ। ਜੇ ਇਲਾਜ ਨਹੀਂ ਕਰਾਉਂਦੇ ਤਾਂ ਬਿਮਾਰੀਆਂ ਹੋਰ ਜਮ੍ਹਾਂ ਹੋਈ ਜਾਂਦੀਆਂ, ਉਹਨਾਂ ਲਈ ਕੀ ਕਹੋਗੇ? ਮੈਂ ਤਾਂ ਆਡੀਅנס ਨੂੰ ਸਿਰਫ ਇੰਨੀ ਗੱਲ ਹੀ ਕਹਿਣਾ ਚਾਹੂੰਗਾ ਕਿ ਕੁਦਰਤ ਦਾ ਸਤਿਕਾਰ ਕਰੋ। ਕੁਦਰਤ ਨੇ ਆਪਾਂ ਨੂੰ ਸਿਰਜਿਆ ਵਾ। ਜੇ ਆਪਾਂ ਨੂੰ ਕੋਈ ਸਮੱਸਿਆ ਆ ਗਈ ਤਾਂ ਸਭ ਤੋਂ ਪਹਿਲੇ ਨੰਬਰ ਤੇ ਤੁਸੀਂ ਕਿਸੇ ਨਾ ਕਿਸੇ ਨੇਚਰੋਪੈਥ ਕੋਲ, ਚਾਹੇ ਉਹ ਕੋਈ ਵੀ ਆ, ਉਹਦੇ ਨਾਲ ਜ਼ਰੂਰ ਸੰਪਰਕ ਕਰੋ। ਤੁਹਾਡੀ ਸਮੱਸਿਆ ਦਾ ਜ਼ਰੂਰ ਸਮਾਧਾਨ ਹੋਊਗਾ। ਜਿਹੜੀਆਂ ਭੈਣਾਂ ਨੂੰ ਅੱਜ ਬੱਚੇਦਾਨੀ ਦੀ ਗੱਲ ਚੱਲ ਰਹੀ ਆ, ਰਸੌਲੀ ਦੀ ਗੱਲ ਚੱਲ ਰਹੀ ਆ, ਜਿਹੜੀਆਂ ਭੈਣਾਂ ਨੂੰ ਆਪਰੇਸ਼ਨ ਦੀ ਨੌਬਤ ਆ ਜਾਂ ਉਹ ਸੋਚ ਰਹੀ ਨੇ ਕਿ ਸਾਡਾ ਸਿਰਫ ਤੇ ਸਿਰਫ ਆਪਰੇਸ਼ਨ ਹੀ ਹੱਲ ਆ, ਉਹ ਇੱਕ ਵਾਰ ਜ਼ਰੂਰ HW ਨੇਚਰੋ ਸੈਂਟਰ ਤੇ ਸੰਪਰਕ ਕਰੋ। ਅਸੀਂ 100% ਕੋਸ਼ਿਸ਼ ਕਰਾਂਗੇ ਕਿ ਆਪਰੇਸ਼ਨ ਦੀ ਨੌਬਤ ਨਾ ਹੋਵੇ ਤੇ ਬਿਲਕੁਲ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਬੱਚੇਦਾਨੀ ਦੀ ਰਸੌਲੀ ਐਡੀ ਵੱਡੀ ਸਮੱਸਿਆ ਨਹੀਂ ਕਿ ਸਿਰਫ ਆਪਰੇਸ਼ਨ ਹੀ ਤੁਹਾਡਾ ਸਮਾਧਾਨ ਆ। ਮੈਂ 2 ਰਸਤੇ ਦੱਸੇ ਆ। ਇੱਕ, ਜਿੱਥੇ ਰਸੌਲੀ ਹੈ ਉਹਨੂੰ ਉੱਥੇ ਹੀ ਰੋਕ ਦਿੱਤਾ ਜਾਵੇ, ਉਹਦੇ ਸਿੰਪਟਮ ਜੋ ਹੈ ਬੋਡੀ ਤੁਹਾਨੂੰ ਮੈਸੇਜ ਦੇ ਰਹੀ ਆ ਉਹ ਰੋਕ ਦਿੱਤੇ ਜਾਣ, ਤਾਂ ਕੋਈ ਦਿੱਕਤ ਵਾਲੀ ਗੱਲਬਾਤ ਨਹੀਂ ਹੈ। ਅਤੀ ਜ਼ਰੂਰੀ ਹੈ ਜਿੱਥੇ ਤਾਂ ਥੋੜਾ ਜਿਹਾ ਲੰਬਾ ਕੋਰਸ ਕਰਕੇ ਰਸੌਲੀ ਨੂੰ ਖੋਰਿਆ ਵੀ ਜਾ ਸਕਦਾ, ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ। ਸੋ ਬਾਕੀ ਜੇਕਰ ਤੁਸੀਂ ਵੀ ਇਹਨਾਂ ਸਮੱਸਿਆਵਾਂ ਨਾਲ ਜੂਝ ਰਹੇ ਆ ਤਾਂ ਤੁਸੀਂ ਡਰੋ ਨਾ, ਝਿਜਕੋ ਨਾ, ਚੁੱਪ ਕਰਕੇ ਤੁਸੀਂ ਇੱਥੇ ਵਿਜ਼ਿਟ ਕਰ ਲਓ ਜੇ ਨੇੜੇ ਹੈਗੇ ਆ। ਜੇ ਨਹੀਂ ਹੈਗੇ ਤਾਂ ਤੁਸੀਂ ਫੋਨ ਨੰਬਰ ਹੈਗੇ, ਇਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਆ ਤੇ ਤੁਹਾਡੇ ਘਰ ਤੱਕ ਵੀ ਮੈਡੀਸਿਨ ਪਹੁੰਚਾਉਣ ਦੀ ਸੁਵਿਧਾ ਹੈਗੀ ਆ ਤੇ ਤੁਸੀਂ ਬੜੇ ਸੌਖੇ ਤਰੀਕੇ ਨਾਲ ਆਪਣੀਆਂ ਬਿਮਾਰੀਆਂ ਤੋਂ ਨਿਜਾਤ ਪਾ ਸਕਦੇ ਆ, ਆਪਰੇਸ਼ਨਾਂ ਤੋਂ ਬਚ ਸਕਦੇ ਆ, ਆਪਣੇ ਸਰੀਰ ਨੂੰ ਵਧੀਆ ਰੱਖ ਸਕਦੇ ਆ। ਕੋਈ ਹੋਰ ਜਾਣਕਾਰੀ ਲੈਣੀ ਆ, ਸਾਡੀ ਸਕਰੀਨ ਤੇ ਨੰਬਰ ਹੈਗੇ ਆ, ਇਹਨਾਂ ਨੰਬਰਾਂ ਤੁਸੀਂ ਫੋਨ ਕਰ ਸਕਦੇ ਆ। ਕੈਮਰਾਮੈਨ ਸੁਖਨਿੰਦਰ ਸਿੰਘ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ TV, ਲੁਧਿਆਣਾ।